ਉਹ ਗੱਲ ਸੁਣੋ 894 ਨੰਬਰ ਭਾਈ ਸਾਹਿਬ, ਠੀਕ ਹੈ ਕਿ ਨਹੀਂ? ਤੁਹਾਨੂੰ ਇੱਕ ਗੱਲ ਕਲੀਅਰ ਕਰਦੇ ਹਾਂ। ਬਾਣੀ ਨੂੰ ਤੋੜ ਮਰੋੜ ਕੇ ਪੇਸ਼ ਕਰਨ ਵਾਲਾ ਤੇ ਦੁਕਾਨਦਾਰੀਆਂ ਚਲਾਉਣ ਵਾਲਿਆਂ ਨੂੰ ਅਸੀਂ ਜਿੱਥੇ ਭੇਜਿਆ ਨਾ, ਉਹ ਸਾਨੂੰ ਪਤਾ ਹੈ। ਔਰ ਜਿਹੜਾ ਤੁਹਾਡਾ ਡੇਰਾ ਨਾ ਕਾਦੀਆਂ, ਮੇਰੇ ਕੋਲ ਕਲਿੱਪ ਕੁਛ ਆ ਗਏ ਨੇ ਜਿਹੜੇ ਗੁਰੂ ਸਾਹਿਬ ਬਾਰੇ ਜਿਹੜੀਆਂ ਟਿੱਪਣੀਆਂ ਕੀਤੀਆਂ ਨੇ, ਉਹ ਕਿਤਾਬ ਦਾ ਹਵਾਲਾ ਆ ਗਿਆ। ਫਿਲਹਾਲ ਮੈਂ ਕਿਤਾਬ ਲੱਭ ਰਿਹਾ, ਕਿਤਾਬ ਮੈਨੂੰ ਲੱਭ ਜਾਣੀ, ਉਰਦੂ 'ਚ ਲੱਭ ਜੇ, ਕਿਸੇ ਵੀ ਭਾਸ਼ਾ 'ਚ ਲੱਭ ਗਈ, ਠੀਕ ਹੈ ਨਾ। ਅਤੇ ਉਸ ਤੋਂ ਬਾਅਦ ਵੇਖਾਂਗੇ ਕੀ ਕਰਨਾ ਇਹ ਤਾਂ ਅੱਗੇ, ਕਿਉਂਕਿ ਮੈਂ ਮੰਨਦਾ ਨਿੱਜੀ ਤੌਰ 'ਤੇ ਇਹ ਇੱਕ ਝੂਠ ਦੀ ਦੁਕਾਨ ਚੱਲ ਰਹੀ ਹੈ ਕਾਦੀਆਂ ਦੇ ਵਿੱਚ। ਜਿਹੜੀ ਆ ਇਹੋ ਜਿਹੀਆਂ ਦੁਕਾਨਾਂ ਅੱਗੇ ਵੀ ਚੱਲੀਆਂ ਇੰਡੀਆ ਦੇ ਵਿੱਚ, ਕਈ ਚਲਾਈਆਂ ਪੰਜਾਬ ਦੇ ਵਿੱਚ। ਪਿਆਰਾ ਸਿੰਘ ਭਨਿਆਰੇ ਵਾਲਾ ਸੀ, ਉਹਨੇ ਝੂਠ ਦੀ ਦੁਕਾਨ ਚਲਾਈ ਸੀ। ਉਹ ਕਹਿੰਦਾ ਸੀ ਮੈਂ ਗੁਰੂ ਗੋਬਿੰਦ ਸਿੰਘ ਆ। ਉਹ ਅਸਲ 'ਚ ਹੁਣ ਜੂਆਂ ਵਾਲਾ ਕੰਬਲ ਲੈ ਕੇ ਜੇਲ੍ਹ ਦੇ ਵਿੱਚ ਸੌਂ ਰਿਹਾ, ਪਤਾ ਨਹੀਂ ਉਹ ਸਾਰੀ ਉਮਰ ਬਾਹਰ ਆਉਂਦਾ ਕਿ ਨਹੀਂ ਆਉਂਦਾ। ਇੱਕ ਹੋਰ ਸੀ, ਉਹ ਸਰਸਾ ਸਾਧ ਅਸੀਂ ਉਹਨੂੰ ਕਹਿੰਦੇ ਹਾਂ, ਸਰਸੇ ਦੇ ਵਿੱਚ ਉਹਨੇ ਡੇਰਾ ਚਲਾਇਆ ਸੀ। ਉਹ ਵੀ ਬਾਣੀ ਦੇ ਵਿੱਚ ਇੱਕ ਤੁਕ ਆਉਂਦੀ ਆ, ਸੰਤ ਸਾਜਣ ਭੈ ਸਰਸੇ ਪੂਰੇ ਗੁਰ ਤੇ ਜਾਣੀ। ਉਹਨੇ ਇਹ ਚਲਾ ਲਿਆ ਕਿ ਵੇਖੋ ਜੀ ਇਹ ਬਾਣੀ 'ਚ ਲਿਖਿਆ ਹੋਇਆ ਗੁਰੂ ਗ੍ਰੰਥ ਸਾਹਿਬ 'ਚ, ਇਸ ਕਰਕੇ ਮੇਰਾ ਡੇਰਾ ਜੀ। ਉਹਨਾਂ ਨੇ ਗੁਰੂ ਸਾਹਿਬ ਨੇ ਕਿਹਾ ਪੇਸ਼ਗੋਈ ਕੀਤੀ, ਜਿਹਨੂੰ ਤੁਸੀਂ ਪੇਸ਼ਗੋਈ ਕਹਿ ਦਿੰਦੇ ਜੀ, ਠੀਕ ਹੈ ਨਾ। ਪੇਸ਼ਗੋਈਆਂ ਨਹੀਂ ਹੁੰਦੀਆਂ ਸਾਡੇ ਤੇ ਜਿਹੜੀ ਗੱਲ ਲਿਖੀ ਹੁੰਦੀ ਜਾਂ ਤਾਂ ਸਪਸ਼ਟ ਹੁੰਦੀ ਹੈ ਤੇ ਜਾਂ ਹੁੰਦੀ ਨਹੀਂ। ਪੇਸ਼ਗੋਈਆਂ ਵਾਲਾ ਕੰਮ ਬਾਈਬਲ 'ਚ ਹੁੰਦਾ ਜਾਂ ਕੁਰਾਨ 'ਚ ਹੁੰਦਾ, ਸਾਡੇ ਨਹੀਂ ਹੁੰਦਾ ਬਿਲਕੁਲ, ਠੀਕ ਹੈ ਨਾ। ਉਹਨੂੰ ਹੁਣ ਉਹ ਬੰਦਾ ਵੀ ਜੂਆਂ ਵਾਲਾ ਕੰਬਲ ਲੈ ਕੇ ਜੇਲ੍ਹ ਦੇ ਵਿੱਚ ਸੌਂਦਾ ਪਿਆ। 32 ਸਾਲ ਦੀ ਉਹਨੂੰ ਸਜ਼ਾ ਹੋ ਗਈ ਆ। ਉਹ 32 ਸਾਲ ਉਹਦੀ ਉਮਰ ਹੀ ਹੈ ਨਹੀਂ ਹੋਰ। ਉਹਨੇ ਵੀ ਮਰ ਕੇ ਹੀ ਬਾਹਰ ਆਉਣਾ। ਬਾਹਰ ਕੀ ਆਉਣਾ ਉਹਨੇ? ਉਹਦੀ ਲਾਸ਼ ਵੀ ਨਹੀਂ ਕਿਸੇ ਨੂੰ ਦੇਣੀ, ਉਹਨਾਂ ਨੇ ਅੰਦਰ ਹੀ ਕਿਤੇ ਦਫਾ ਕਰ ਦੇਣਗੇ, ਠੀਕ ਹੈ। ਤੀਜੀ ਗੱਲ ਇਹ ਰਹਿ ਗਈ, ਤੁਸੀਂ ਅੱਬਲ ਤਾਂ ਹਿੰਦੁਸਤਾਨ, ਮੈਂ ਕੱਲ੍ਹ ਦੀਆਂ ਪੋਸਟਾਂ 3-4 ਫੇਸਬੁੱਕ 'ਤੇ ਪਾ ਚੁੱਕਿਆ ਕਿ ਕਾਦੀਆਂ 'ਚ ਜਿਹੜੀ ਝੂਠ ਦੀ ਦੁਕਾਨ ਚੱਲ ਰਹੀ ਹੈ, ਕਿਹੜੇ ਕਿਹੜੇ ਸਿੱਖ ਨੂੰ ਪਤਾ ਹੈ। ਉਹਦੇ ਥੱਲੇ 40 ਕਮੈਂਟ ਆਏ ਨੇ, 50 ਆਏ ਨੇ, ਉਹਨਾਂ ਨੇ ਪਤਾ ਹੀ ਨਹੀਂ। ਉਹ ਕਹਿੰਦੇ ਜੀ ਸਾਨੂੰ ਪਤਾ ਹੀ ਨਹੀਂ ਇਹਦੇ ਬਾਰੇ, ਕੀ ਝੂਠ ਦੀ ਦੁਕਾਨ ਹੈ ਦੱਸੋ। ਉਹਨਾਂ ਨੂੰ ਮੈਂ ਦੱਸਿਆ ਕਿ ਇਹਨਾਂ ਦੀਆਂ ਕਿਤਾਬਾਂ ਨੇ, ਇੱਕ ਇਹਨਾਂ ਦਾ ਮਿਰਜ਼ਾ ਹੋਇਆ, ਉਹ ਮਿਰਜ਼ੇ ਨੇ ਆਹ ਕੁਛ ਲਿਖਿਆ ਆਪਣੀ ਕਿਤਾਬ 'ਚ, ਮੈਂ ਹੀ ਰਾਮਚੰਦਰ ਹਾਂ, ਮੈਂ ਹੀ ਕ੍ਰਿਸ਼ਨ ਹਾਂ, ਤੇ ਮੈਂ ਹੀ ਗੁਰੂ ਨਾਨਕ ਹਾਂ। ਉਹ ਲੱਖ ਲੱਖ ਲਾਹਨਤ ਪੈ ਰਹੀ ਉਹ ਮਿਰਜ਼ੇ ਨੂੰ, ਲੱਖ ਲੱਖ ਲਾਹਨਤ। ਹਿੰਦੁਸਤਾਨ ਦਾ ਮੁਸਲਮਾਨ ਤਾਂ ਪਾ ਹੀ ਰਿਹਾ, ਕਿਉਂਕਿ ਮੁਸਲਮਾਨਾਂ ਨੂੰ ਤਾਂ ਪਹਿਲਾਂ ਹੀ ਪਤਾ ਸੀ। ਸਿੱਖਾਂ ਨੂੰ ਪਤਾ ਲੱਗਣਾ ਹੁਣ ਸ਼ੁਰੂ ਹੋਇਆ। ਕੋਈ ਗੱਲ ਨਹੀਂ, ਇੱਕ ਲਾਮਬੰਦੀ ਹੋ ਜਾਂਦੀ ਹੈ, ਮੈਂ ਤੁਹਾਨੂੰ ਦੱਸਾਂਗਾ। ਤੂੰ ਕਹਿ ਰਹੇ ਨਾ ਗਰੁੱਪ ਦੇ ਵਿੱਚ ਫੈਸਲਾ ਤੁਹਾਨੂੰ ਮੈਂ ਦੱਸਾਂਗਾ ਕਿ ਫੈਸਲੇ ਹੁੰਦੇ ਕਿਵੇਂ ਨੇ, ਅਸੀਂ ਫੈਸਲੇ ਕਿਵੇਂ ਕਰਨੇ ਆ। ਦੂਜੀ ਗੱਲ ਰਹਿ ਗਈ ਕਿਰਪਾਨਾਂ ਵਾਲੀ। ਉਹ ਸਾਡੀਆਂ ਕਿਰਪਾਨਾਂ ਵੱਡੇ ਵੱਡੇ ਮੁਗਲ ਤੇ ਵੱਡੇ ਵੱਡੇ ਇੱਥੇ ਨਾਢੂ ਖਾਂ ਆਏ, ਉਹ ਨਹੀਂ ਰਖਵਾ ਸਕੇ ਘਰੇ। ਤੇਰੇ ਵਰਗੇ ਬਾਂਦਰ ਤੇ ਇੱਕ ਚਵਲ ਜੇ ਦੇ ਕਹਿਣ ਤੇ ਮੈਂ ਕਿਰਪਾਨ ਲਾ ਕੇ ਆਪਦੀ ਘਰੇ ਰੱਖ ਦਿਆਂਗਾ, ਠੀਕ ਹੈ ਕਿ ਨਹੀਂ? ਤੇਰੇ ਵਰਗੇ ਚਵਲ ਬੰਦੇ ਦੇ ਕਹਿਣ ਤੇ ਇੱਕ ਰੱਖ ਦਿਆਂਗਾ। ਤੂੰ ਹੈ ਕੀ ਚੀਜ਼, ਮੈਨੂੰ ਇਹ ਦੱਸ, ਕੀ ਚੀਜ਼ ਹੈ ਤੂੰ? ਤੇਰੇ ਵਰਗੇ ਬਾਂਦਰ 50 ਭੌਂਕਦੇ ਫਿਰਦੇ ਇੱਥੇ, ਠੀਕ ਹੈ ਕਿ ਨਹੀਂ? ਗੱਲ ਉਹ ਕਰੀਦੀ ਜਿੰਨੀ ਔਕਾਤ ਹੋਵੇ ਬੰਦੇ ਦੀ। ਤੇਰੀ ਫੈਸਲੇ ਕਰਨ ਦੀ ਔਕਾਤ ਨਹੀਂ। ਫੈਸਲੇ ਅਸੀਂ ਕਰਦੇ ਹਾਂ ਔਰ ਕਰੀਦੇ ਵੀ ਨੇ। ਪਹਿਲਾਂ ਪਿਆਰ ਨਾਲ ਕਰੀਦੇ ਤੇ ਮੁੜ ਕੇ ਤਲਵਾਰ ਨਾਲ ਕਰੀਦੇ ਆ। ਸਾਨੂੰ ਫੈਸਲੇ ਕਰਨੇ ਆਉਂਦੇ ਆ। ਤੇਰੇ ਫੈਸਲੇ ਦੀ ਵੇਟ ਕਿਉਂ ਕਰਾਂਗੇ ਅਸੀਂ? ਕੀ ਤੂੰ ਹੈ ਫੈਸਲੇ? ਸਾਨੂੰ ਗਰੁੱਪ 'ਚ ਬੰਦਾ ਨਹੀਂ ਚਾਹੀਦਾ। ਉਹ ਮੈਂ ਤੇਰੇ ਵਰਗੇ ਬਾਂਦਰਾਂ ਦੇ ਗਰੁੱਪ 'ਚ ਲੈਣਾ ਵੀ ਕੀ ਆ? ਜਿੱਥੇ ਤੇਰੇ ਵਰਗੇ ਬਾਂਦਰ ਬੈਠੇ ਨੇ, ਜਿੱਥੇ ਦਾਊਦ ਵਰਗੇ ਬਾਂਦਰ ਬੈਠੇ ਨੇ, ਉੱਥੇ ਲੈਣਾ ਵੀ ਕੀ ਹੈ? ਕਿਸੇ ਬੰਦਿਆਂ ਵਾਲੇ ਗਰੁੱਪ ਦੇ ਵਿੱਚ ਬੰਦਾ ਜਾਵੇ, ਬਾਂਦਰਾਂ ਦੇ ਗਰੁੱਪ 'ਚ ਜਾਣ ਦਾ ਕੀ ਫਾਇਦਾ? ਤੁਸੀਂ ਤਾਂ ਹੈ ਧੋਬੀ ਦੇ ਕੁੱਤੇ। ਉਹ ਕਿਵੇਂ? ਤੈਨੂੰ ਮੈਂ ਸਾਬਤ ਕਰ ਦਿੰਦਾ। ਮੁਸਲਮਾਨ ਕਹਿੰਦੇ ਤੁਸੀਂ ਮੁਸਲਮਾਨ ਨਹੀਂ, ਠੀਕ ਹੈ ਕਿ ਨਹੀਂ? ਨਵਾਂ ਧਰਮ ਤੁਸੀਂ ਆਪਦਾ ਕਿਸੇ ਨੂੰ ਦੱਸ ਨਹੀਂ ਸਕਦੇ। ਘਰ ਤੁਸੀਂ ਆਪਦਾ ਦੱਸ ਨਹੀਂ ਸਕਦੇ ਵੀ ਸਾਡਾ ਘਰ ਆ। ਮੁਸਲਮਾਨ ਕਹਿੰਦੇ ਨੇ ਤੁਸੀਂ ਮੁਸਲਮਾਨ ਨਹੀਂ, ਠੀਕ ਹੈ ਕਿ ਨਹੀਂ? ਜਿਹੜਾ ਨਾ ਘਰ ਦਾ ਹੋਵੇ ਤੇ ਨਾ ਘਾਟ ਦਾ ਹੋਵੇ, ਉਹ ਕੀ ਹੁੰਦਾ? ਧੋਬੀ ਦਾ ਕੁੱਤਾ। ਧੋਬੀ ਦੇ ਕੁੱਤੇ ਤੁਸੀਂ, ਨਾ ਘਰ ਦੇ ਤੇ ਨਾ ਘਾਟ ਦੇ। ਗੱਲਾਂ ਤੁਸੀਂ ਦੂਜਿਆਂ ਨੂੰ ਸਮਝਾਉਂਦੇ ਜੇ। ਧੋਬੀ ਦੇ ਕੁੱਤੇ ਦੀ ਕੀ ਵੈਲਿਊ ਹੁੰਦੀ ਹੈ ਤੁਹਾਨੂੰ ਪਤਾ? ਨਾ ਉਹ ਘਰ ਦਾ ਹੁੰਦਾ ਨਾ ਘਾਟ ਦਾ ਹੁੰਦਾ। ਤੁਹਾਡੀ ਵੈਲਿਊ ਉਹ ਆ, ਠੀਕ ਹੈ ਨਾ। ਹਾਲਾਂ ਤੱਕ ਇੱਥੇ ਪਤਾ ਹੀ ਨਹੀਂ ਸੀ ਕਿਸੇ ਨੂੰ। ਜਿੰਨੇ ਕੁਲੇਪਾ ਚੱਲੇ, ਕੱਲ ਤੁਹਾਡੇ ਮਰੱਬੀ ਜੇ ਅਸੀਂ ਦੋ, ਉਹਨਾਂ ਨਾਲ ਗੱਲ ਹੋਈ, ਉਹ ਅੱਗੋਂ ਕੁੜੀਆਂ ਦੇਣ ਨੂੰ ਤਿਆਰ ਨੇ। ਕਹਿੰਦੇ ਸਾਡੀਆਂ ਕੁੜੀਆਂ, ਉਹ ਕੀ ਉਹਨੂੰ ਕੁੜੀ ਨੂੰ ਕਹਿੰਦੇ ਨੇ ਅੱਗੋਂ, ਠੀਕ ਹੈ ਨਾ, ਆਪਦੀ ਕੁੜੀ ਨੂੰ। ਉਹ ਕਹਿੰਦੇ ਜਿੰਨੀਆਂ ਮਰਜ਼ੀ ਕੁੜੀਆਂ ਲਓ, ਤੁਸੀਂ ਅਹਿਮਦੀ ਬਣੋ, ਮੈਨੂੰ ਆਫਰ ਦੇਣ ਡਿਆ ਅੱਗੋਂ, ਠੀਕ ਹੈ ਨਾ। ਇੱਥੇ ਤੁਹਾਡੀ ਵੈਲਿਊ, ਜਿੰਦੀ ਧੋਬੀ ਦੇ ਕੁੱਤੇ ਦੀ ਵੈਲਿਊ ਹੋਵੇ, ਘਰ ਦਾ ਵੀ ਹੋਵੇ ਘਾਟ ਦਾ ਵੀ ਹੋਵੇ, ਉਹ ਦੂਜਿਆਂ ਨੂੰ ਮੱਤ ਦੇਵੇ, ਗੱਲ ਬਣਦੀ ਨਹੀਂ, ਗੱਲ ਹਜਮ ਨਹੀਂ ਹੁੰਦੀ ਇਸ ਚੀਜ਼, ਠੀਕ ਹੈ ਨਾ। ਤੇ ਮੈਨੂੰ ਕੋਈ ਗਰੁੱਪ 'ਚ ਆਉਣ ਦਾ ਸ਼ੌਂਕ ਨਹੀਂ ਗਾ। ਗਰੁੱਪ ਦੇ ਵਿੱਚ ਆਹ ਜਿਹੜਾ ਤੁਸੀਂ ਕਮਰਾ ਬਣਾਇਆ, ਇਹਦੇ ਵਿੱਚ ਵੀ ਬਾਂਦਰ ਹੀ ਇਕੱਠੇ ਕੀਤੇ ਤੁਸੀਂ, ਸਾਰੇ ਬੈਠੇ ਜੀ।
ਮੇਰਾ ਤਾਂ ਇੱਥੇ ਦਮ ਘੁੱਟ ਰਿਹਾ ਵੀ ਬਾਂਦਰਾਂ ਦੇ ਵਿੱਚ ਬੰਦਾ ਕਿੱਥੇ ਫਸ ਗਿਆ। ਆਪਣੇ ਆਪ ਨੂੰ ਨਾ ਉਨੀ ਕੁ ਔਕਾਤ ਵਿਖਾਈ ਦੀ ਜਿੰਨੀ ਔਕਾਤ ਦਾ ਬੰਦਾ ਮਾਲਕ ਹੋਵੇ। ਉਸ ਤੋਂ ਅੱਗੇ ਚਾਦਰ ਤੋਂ ਜ਼ਿਆਦਾ ਪੈਰ ਪਸਾਰੀਏ ਨਾ ਤੇ ਉਹ ਫਿਰ ਤੈਨੂੰ ਪਤਾ ਹੀ ਆ, ਲੱਤਾਂ ਤੜਵਾਉਣ ਵਾਲੀ ਗੱਲ ਬਣ ਜਾਂਦੀ। ਵੇਖੋ ਜੀ, ਸਭ ਨਾਲੋਂ ਵਧੀਆ ਗਰੁੱਪ ਤੇ ਤਾਂ ਇਹਦੇ ਸਭ ਨਾਲੋਂ ਵਧੀਆ ਬੰਦੇ ਐਡ ਕੀਤੇ ਜਾਣ ਵਿੱਚ। ਮੂਰਖਾਂ ਦਾ ਟੋਲਾ ਤੁਸੀਂ ਇਕੱਠਾ ਕਰ ਲਿਆ ਸਾਰਾ, ਠੀਕ ਹੈ, ਤੇ ਗਰੁੱਪ ਕਹਿ ਰਹੇ ਜੀ ਸਾਰਿਆਂ ਨਾਲੋਂ ਵਧੀਆ। ਉਹ ਇੱਕ ਕਾਜੀ ਜਮੀਲ, ਉਹ ਕੀ ਤੁਹਾਡਾ ਆ ਜਾਂਦਾ, ਮੌਲਵੀ ਜਮੀਲ ਆ ਜਾਂਦਾ, ਵਾਹਿਯਾਤ ਗੱਲਾਂ ਉਹ ਕਰਦਾ ਉਤਲੀਆਂ ਥਰੜੀਆਂ, ਠੀਕ ਹੈ। ਇੱਕ ਕਾਜੀ ਕਾਮਰਾਨ ਕੇ ਕੀ ਤੁਸੀਂ ਭਰਤੀ ਕੀਤਾ, ਉਹ ਸਾਰਿਆਂ ਨੂੰ ਜਹੰਨਮ 'ਚ ਘੱਲੀ ਜਾਂਦਾ, ਜਹੰਨਮੀ ਜਹੰਨਮੀ ਜਹੰਨਮੀ, ਠੀਕ ਹੈ। ਇਹੋ ਜਿਹੇ ਜਿਹੜੇ ਤੂੜੀ ਦੇ ਦਿਮਾਗ ਵਾਲੇ ਬੰਦੇ ਇਕੱਠੇ ਕਰਕੇ ਗਰੁੱਪ ਕਹਿ ਰਹੇ ਵਧੀਆ, ਠੀਕ ਹੈ ਨਾ। ਪਹਿਲੀ ਤਾਂ ਗੱਲ ਇਹ, ਸਾਡੇ ਮਜ਼ਹਬ ਦਾ ਅਸੂਲ ਹੀ ਇਹ ਹੈ ਕਿ ਇੱਜ਼ਤ ਅਗਰ ਕਰਵਾਉਣੀ ਚਾਹੁੰਦੇ ਤਾਂ ਦੂਜੇ ਦੀ ਇੱਜ਼ਤ ਕਰੋ। ਅਗਰ ਤੁਸੀਂ ਦੂਜੇ ਧਰਮ ਦੀ ਬਾਣੀ ਗਲਤ ਪੜ੍ਹ ਰਹੇ ਜੇ, ਦੂਜੇ ਧਰਮ ਦੇ ਗੁਰੂ ਨੂੰ ਹੋਰ ਹੀ ਧਰਮ ਦਾ ਸਾਬਤ ਕਰ ਰਹੇ ਜੇ ਕਿ ਬਾਬਾ ਨਾਨਕ ਮੁਸਲਮਾਨ ਸੀ, ਠੀਕ ਹੈ ਨਾ, ਤੇ ਇਹੋ ਜਿਹੀਆਂ ਗੱਲਾਂ ਤਾਂ ਹੋਣਗੀਆਂ ਹੀ ਉੱਥੇ, ਠੀਕ ਹੈ ਨਾ। ਤੁਹਾਡੇ ਮਿਰਜ਼ੇ ਨੇ ਲਿਖਿਆ ਕਿ ਮੈਂ ਹੀ ਰਾਮਚੰਦਰ ਹਾਂ, ਫਿਰ ਤੁਸੀਂ ਖੁੱਲ੍ਹ ਕੇ ਦੁਨੀਆ ਨੂੰ ਦੱਸੋ ਕਿ ਮਿਰਜ਼ੇ ਨੇ ਆਹ ਲਿਖਿਆ। ਤੁਸੀਂ ਦੱਸਦੇ ਕਿਉਂ ਨਹੀਂ? ਸ਼ਰਮ ਕਾਹਦੀ? ਅਸੀਂ ਬਾਬਾ ਨਾਨਕ ਜੀ ਨੇ ਲਿਖਿਆ, ਮੈਂ ਖੁੱਲ੍ਹ ਕੇ ਦੱਸ ਰਿਹਾ ਨਾ ਮੁਸਲਮਾਨਾਂ ਬਾਰੇ ਕੀ ਕੀ ਲਿਖਿਆ। ਛੋਡੇ ਅੰਨ ਕਰੇ ਪਖੰਡ, ਨਾ ਸੁਹਾਗਾ ਨਾ ਰੰਡ, ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ, ਘਾੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ, ਠੀਕ ਹੈ ਕਿ ਨਾ। ਤੇ ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾ ਰਾਮ ਕੇ ਪਿੰਡ ਪ੍ਰਾਣ, ਠੀਕ ਹੈ। ਇਹ ਸਭ ਕੁਝ ਬਾਬਾ ਨਾਨਕ ਜੀ ਨੇ ਕਿਹਾ। ਹਿੰਦੂ ਅੰਨਾ ਤੁਰਕ ਕਾਣਾ, ਦੋਹਾਂ ਤੇ ਗਿਆਨੀ ਸਿਆਣਾ, ਇਹ ਬਾਬਾ ਨਾਨਕ ਜੀ ਨੇ ਕਿਹਾ, ਉਹਨਾਂ ਦੀ ਬਾਣੀ 'ਚ ਦਰਜ ਹੈ, ਠੀਕ ਹੈ ਨਾ। ਮੈਂ ਸਾਰਾ ਕੁਝ ਦੱਸ ਰਿਹਾ ਖੁੱਲ੍ਹ ਕੇ। ਨਬੀ ਮੰਨਦੇ ਜੇ ਤੁਸੀਂ ਮਿਰਜ਼ੇ ਨੂੰ, ਤੇ ਮਿਰਜ਼ੇ ਦੀਆਂ ਜਿਹੜੀਆਂ ਕਈਆਂ ਗੱਲਾਂ ਉਹਨੂੰ ਜਨਤਕ ਕਰੋ, ਜਨਤਾ ਨੂੰ ਦੱਸੋ ਕਿ ਸਾਡੇ ਮਿਰਜ਼ੇ ਨੇ ਆਹ ਕੁਛ ਲਿਖਿਆ। ਫਿਰ ਰਿਐਕਸ਼ਨ ਦੇਖੋ। ਜਦੋਂ ਤੁਸੀਂ ਦੱਸੋਗੇ ਨਾ ਕਿ ਸਾਡੇ ਮਿਰਜ਼ੇ ਨੇ ਆਹ ਲਿਖਿਆ, ਇੱਥੇ ਪਤਾ ਹੀ ਨਹੀਂ ਕਿਸੇ ਨੂੰ ਇੰਡੀਆ ਦੇ ਵਿੱਚ ਕਿ ਕੀ ਲਿਖਿਆ। ਜਦੋਂ ਤੁਸੀਂ ਦੱਸੋਗੇ ਫਿਰ ਉਹਦਾ ਰਿਐਕਸ਼ਨ ਵੇਖਿਆ ਜੀ, ਉਹਦਾ ਰਿਐਕਸ਼ਨ ਉਦੋਂ ਬਾਅਦ ਤੁਹਾਨੂੰ ਪਤਾ ਲੱਗੇਗਾ। ਜਦੋਂ ਤੁਸੀਂ ਦੱਸੋਗੇ, ਤੁਸੀਂ ਖੁੱਲ੍ਹ ਕੇ ਬਾਜ਼ਾਰ 'ਚ ਕਹੋ ਕਿ ਆਹ ਵੇਖੋ ਜੀ ਸਾਡੇ ਮਿਰਜ਼ੇ ਨੇ ਕਿਹਾ ਕਿ ਮੈਂ ਹੀ ਰਾਮਚੰਦਰ ਹਾਂ, ਤੇ ਮੈਂ ਹੀ ਕ੍ਰਿਸ਼ਨ ਹਾਂ, ਮੈਂ ਹੀ ਬਾਬਾ ਨਾਨਕ ਹਾਂ, ਤੇ ਫਿਰ ਜੁੱਤੀਆਂ ਗਿਣਨ ਵਾਲੇ ਬੰਦੇ ਭਾਵੇਂ 40 ਰੱਖ ਲਿਆ, ਜੋ ਜੁੱਤੀਆਂ ਜਿਹੜੀਆਂ ਤੁਹਾਨੂੰ ਪੈਣੀਆਂ ਉਹ ਤੁਹਾਡੇ ਕੋਲ ਨਹੀਂ ਗਿਣੀਆਂ ਜਾਣੀਆਂ, ਠੀਕ ਹੈ ਨਾ। ਕਿਉਂਕਿ ਮਿਰਜ਼ੇ ਨੂੰ ਤੁਹਾਨੂੰ ਮਾਰਨੋਂ ਰਹੇ, ਉਹ ਤਾਂ ਗਿਆ ਨਰਕਾਂ ਨੂੰ ਮਰ ਕੇ। ਇਹੋ ਜਿਹਾ ਬੰਦਾ ਨਰਕ 'ਚ ਹੀ ਜਾਏਗਾ, ਹੋਰ ਕਿੱਥੇ ਜਾਣਾ। ਤੇ ਮਿਰਜ਼ਾ ਤਾਂ ਮਰ ਕੇ ਨਰਕ ਦੇ ਵਿੱਚ ਗਿਆ, ਉਹਨੂੰ ਤਾਂ ਹੁਣ ਜੁੱਤੀਆਂ ਪੈਣੀਆਂ ਕੀ। ਉਹਦੀ ਤਾਂ ਫੋਟੋ ਦੇ ਉੱਤੇ ਜੁੱਤੀਆਂ ਦਾ ਹਾਰ ਪਾਇਆ ਜਾ ਸਕਦਾ, ਉਹ ਅਸੀਂ ਪਾਵਾਂਗੇ ਜ਼ਰੂਰ। ਤੇ ਤੁਹਾਡੀਆਂ ਜੁੱਤੀਆਂ ਪੈਣਗੀਆਂ ਉਹ ਗਿਣੀਆਂ ਨਹੀਂ ਜਾਣੀਆਂ। ਉਹ ਤਾਂ ਕੋਈ ਕੰਪਿਊਟਰ ਦੀ ਸਕਰੀਨ ਲੱਗੀ ਹੋਵੇ ਤੇ ਉਹ ਭਾਵੇਂ ਗਿਣ ਦੇਵੇ, ਜਿਹੜੀ ਨੋਟ ਗਿਣਨ ਵਾਲੀ ਮਸ਼ੀਨ ਨਹੀਂ ਹੁੰਦੀ, ਉਹ ਲਾ ਲਿਆ ਕਿ ਜਿੰਨੀਆਂ ਤੁਹਾਨੂੰ ਜੁੱਤੀਆਂ ਪੈਣਗੀਆਂ। ਬਾਜ਼ਾਰ ਦੇ ਵਿੱਚ ਜਾ ਕੇ ਤੁਸੀਂ ਉਹਨੂੰ ਨਬੀ ਤਾਂ ਮੰਨਦੇ ਜੇ, ਉਮਤੀ ਨਬੀ ਮੰਨਦੇ ਜਾਂ ਕੋਈ ਨਾ ਮੰਨਦੇ, ਠੀਕ ਹੈ ਕਿ ਨਹੀਂ। ਪਰ ਜਦੋਂ ਉਹਦੀਆਂ ਗੱਲਾਂ ਨੂੰ ਬਾਜ਼ਾਰ ਦੇ ਵਿੱਚ ਜਾ ਕੇ ਦੱਸੋ ਆਪਦੀਆਂ ਨੂੰ, ਤੇ ਫਿਰ ਜੁੱਤੀਆਂ ਕਿਹਨਾਂ ਤੁਹਾਡੇ ਕਿੰਨੀਆਂ ਪੈਂਦੀਆਂ। ਸਵਾਦ ਤਾਂ ਆਉਣਾ। ਇੱਕ ਨਬੀ ਹੋਵੇ ਤੇ ਉਹਨੇ ਕੋਈ ਗੱਲ ਕਹੀ ਹੋਵੇ ਤੇ ਤੁਸੀਂ ਉਹਨੂੰ ਛੁਪਾ ਰਹੇ ਜੇ, ਠੀਕ ਹੈ। ਛੁਪਾਉਣ ਵਾਲਾ ਕੌਣ ਹੁੰਦਾ? ਚੋਰ ਜਾਂ ਠੱਗ, ਠੀਕ ਹੈ ਕਿ ਨਹੀਂ, ਜਾਂ ਦਲਾਲ ਜਾਂ ਦਰਲਾ। ਉਹ ਕੰਮ ਤੁਸੀਂ ਕਰ ਰਹੇ ਜੀ ਸਾਰੇ। ਸਾਬਤ ਤਾਂ ਕਰੋ ਨਾ ਉਹਨੂੰ ਖੁੱਲ੍ਹ ਕੇ ਬਾਹਰ ਆਉਣ ਦਿਓ ਨਾ ਗੱਲ ਨੂੰ, ਜਿਹੜੀ ਕਹੀ ਉਹਨੇ। ਛੁਪਾ ਕਿਉਂ ਰਹੇ ਜੇ ਲੋਕਾਂ ਤੋਂ? ਅਗਰ ਉਹ ਤੁਹਾਡਾ ਨਬੀ ਸੀ, ਨਬੀ ਤਾਂ ਕਦੀ ਮਾੜੀ ਗੱਲ ਕਹਿੰਦੇ ਹੀ ਨਹੀਂ। ਨਬੀ ਦੀ ਗੱਲ ਨੂੰ ਕਦੇ ਛੁਪਾਉਣ ਦੀ ਲੋੜ ਨਹੀਂ ਪੈਂਦੀ, ਠੀਕ ਹੈ ਨਾ। ਨਬੀ ਦੀ ਗੱਲ ਨੂੰ ਤੁਸੀਂ ਛੁਪਾ ਰਹੇ ਜੇ, ਇਹਦਾ ਮਤਲਬ ਉਹ ਨਬੀ ਨਹੀਂ, ਜਾਂ ਚੋਰ ਹੈ ਜਾਂ ਦੱਲਾ ਹੈ ਜਾਂ ਠੱਗ ਹੈ। ਤੇ ਜੇ ਨਹੀਂ ਛੁਪਾਉਣਾ ਤੇ ਤੁਸੀਂ ਕੱਲ੍ਹ ਨੂੰ ਐਲਾਨ ਖੁੱਲ੍ਹੇਆਮ ਕਰਕੇ ਵੇਖੋ। 10 ਬੰਦਿਆਂ ਨੂੰ ਕਾਦੀਆਂ 'ਚ ਕਹੋ ਕਿ ਬਾਹਰ ਉੱਠ ਕੇ ਐਲਾਨ ਕਰਨ ਵੀ ਮਿਰਜ਼ੇ ਨੇ ਆਹ ਕਿਹਾ ਆ, ਤੇ ਫਿਰ ਜੁੱਤੀਆਂ ਗਿਣੋ ਵੀ ਕਿੰਨੀਆਂ ਪੈਂਦੀਆਂ ਨੇ। ਸਿਰ ਗੰਜੇ ਨਾ ਹੋ ਗਏ, ਵਾਲ ਉੱਤੋਂ ਝੜ ਨਾ ਗਏ ਜੁੱਤੀਆਂ ਨਾਲ, ਤੇ ਮੇਰਾ ਨਾਮ ਹਟਾ ਦਿਆ ਜੀ। ਉਹਨੂੰ ਮੈਂ ਦਾਊਦ ਨੂੰ ਕੋਈ ਗਾਲ ਨਹੀਂ ਕੱਢੀ, ਉਹਨੇ ਮੇਰੇ ਨਾਲ ਸ਼ਰਤ ਕੀਤੀ ਸੀ ਪਹਿਲਾਂ ਹੀ, ਠੀਕ ਹੈ ਨਾ, ਵੀ ਬਾਬਾ ਉਹ ਕਹਿੰਦਾ ਸੀ ਮੈਂ ਮੁਸਲਮਾਨ ਹਾਂ ਬਾਬਾ ਨਾਨਕ, ਮੈਂ ਕਿਹਾ ਸੀ ਨਹੀਂ। ਉਹਨੂੰ ਮੈਂ ਕਿਹਾ ਤੂੰ ਕਲੇਮ ਕਰ ਰਿਹਾ ਤੇ ਤੂੰ ਸਾਬਤ ਕਰ, ਠੀਕ ਹੈ। ਉਹਦੇ ਕੋਲੋਂ ਸਾਬਤ ਹੀ ਨਹੀਂ ਹੋਇਆ। ਮੈਂ ਸਾਬਤ ਕਰਤਾ ਜੋ ਕੁਝ ਬਾਬਾ ਜੀ ਨੇ ਮੁਸਲਮਾਨਾਂ ਬਾਰੇ ਕਿਹਾ। ਉਹ ਕਹਿ ਰਿਹਾ ਤੂੰ ਮਨੋਂ ਬਣਾ ਰਿਹਾ, ਬਾਅਦ 'ਚ ਕਹਿ ਰਿਹਾ। ਮੈਂ ਉਹਨੂੰ ਦੱਸ ਰਿਹਾ ਕਿੰਨੇ ਨੰਬਰ ਪੰਨਾ, ਕਿਹੜੀ ਬਾਣੀ ਆ, ਕਿੱਥੇ ਬਾਬਾ ਜੀ ਨੇ ਕਿਹੜੀ ਜਗ੍ਹਾ ਤੇ ਬਹਿ ਕੇ ਬਾਣੀ ਉਚਾਰੀ ਆ। ਮੈਂ ਉਹਨੂੰ ਇਹ ਵੀ ਦੱਸ ਰਿਹਾ, ਕਰਤਾਰਪੁਰ 'ਚ ਆਹ ਬਾਣੀ ਉਚਾਰੀ, ਹਰਿਦੁਆਰ 'ਚ ਆਹ ਬਾਣੀ ਉਚਾਰੀ ਹੈ, ਮੱਕੇ 'ਚ ਜਾ ਕੇ ਆਹ ਬਾਣੀ ਉਚਾਰੀ ਹੈ, ਠੀਕ ਹੈ ਨਾ। ਉਹਦਾ ਨੰਬਰ ਇੰਨਾ ਹੈ, ਪੰਨਾ ਨੰਬਰ ਇੰਨਾ ਹੈ, ਫਲਾਣਾ ਬਾਣੀ ਦਾ ਨਾਂ ਹੈ, ਸਾਰਾ ਕੁਝ। ਉਹ ਕਹਿ ਰਿਹਾ ਤੂੰ ਮਨੋਂ ਬਣਾ ਰਿਹਾ, ਜਿਹੜੀ ਉਹ ਆਪ ਐਵੇਂ ਢਕਵੰਜ ਖੜਾ ਕਰ ਰਿਹਾ, ਉਹ ਕਹਿ ਰਿਹਾ ਜੀ ਹੈ, ਠੀਕ ਹੈ ਕਿ ਨਹੀਂ। ਤੇ ਇਸ ਕਰਕੇ ਅਸੀਂ ਜਿਹੜੀ ਤੁਕ ਸਾਨੂੰ ਵੀ ਬੋਲਣੀ ਨਾ ਆਉਂਦੀ, ਉਦੋਂ ਮੁਹੰਮਦ ਰਫੀਕ ਹੈਗਾ ਮੁੰਡਾ ਜਿਹੜਾ ਕਾਦੀਆਂ 'ਚ ਰਹਿ ਰਿਹਾ, ਉਹਨੇ ਇੱਕ ਬਾਬਾ ਫਰੀਦ ਜੀ ਦਾ ਸਲੋਕ ਗਲਤ ਬੋਲਿਆ ਸੀ। ਮੈਂ ਉਹਨੂੰ ਵੀ ਕਿਹਾ ਸੀ, ਮੈਂ ਕਿਹਾ ਜੇ ਤੈਨੂੰ ਨਹੀਂ ਬੋਲਣਾ ਆਉਂਦਾ ਤੇ ਨਾ ਬੋਲ,
ਠੀਕ ਹੈ ਨਾ। ਉੱਠ ਫਰੀਦਾ ਉਜੂ ਛਾ, ਇੱਕ ਮੁਸਲਮਾਨ ਦੀ ਬਾਣੀ ਪੜ੍ਹ ਰਿਹਾ ਤੇ ਉਹ ਵੀ ਤੁਕ ਇੱਕ ਪੜ੍ਹ ਰਿਹਾ ਤੇ ਉਹ ਵੀ ਗਲਤ, ਤੇ ਬਹਿਸ ਮੇਰੇ ਨਾਲ ਕਰ ਰਿਹਾ। ਜੇ ਪਤਾ ਹੀ ਨਹੀਂ, ਜਾਣਕਾਰੀ ਨਹੀਂ ਹੈ ਹੀ ਨਹੀਂ, ਪਤਾ ਹੀ ਨਹੀਂ, ਜਾਣਕਾਰੀ ਨਹੀਂ ਹੈ, ਤੇ ਬਹਿਸ ਕਾਹਦੀ? ਬਹਿਸ ਤਾਂ ਹੀ ਕਰੋ ਨਾ ਅਗਰ ਤੁਹਾਨੂੰ ਜਾਣਕਾਰੀ ਹੈ। ਇੱਕ ਬੰਨੇ ਉਹ ਦਾਊਦ ਵੀ ਮੰਨ ਰਿਹਾ, ਕਹਿੰਦਾ ਮੈਨੂੰ ਜੀ ਜਾਣਕਾਰੀ ਨਹੀਂ ਇਸ ਬਾਰੇ। ਜੇ ਜਾਣਕਾਰੀ ਨਹੀਂ ਹੈ ਬਾਣੀ ਬਾਰੇ, ਫਿਰ ਤੂੰ ਬਹਿਸ ਕਿਉਂ ਕਰ ਰਿਹਾ? ਮੁਹੰਮਦ ਰਫੀਕ ਹੈ ਤੇ ਉਹ ਕਹਿ ਰਿਹਾ ਮੈਨੂੰ ਬਾਣੀ ਬਾਰੇ ਜੇ ਤੂੰ ਬਾਣੀ ਬਾਰੇ ਤੈਨੂੰ ਜਾਣਕਾਰੀ ਨਹੀਂ ਤੇ ਬਾਬਾ ਨਾਨਕ ਬਾਰੇ ਬਹਿਸ ਕਰਨ ਆ ਗਏ ਜੇ ਮੇਰੇ ਨਾਲ ਘਰੋਂ ਉੱਠ ਕੇ, ਫਿਰ ਤੁਹਾਡੀ ਬਹਿਸ ਬਣਦੀ ਨਹੀਂ। ਜੇ ਤੁਹਾਨੂੰ ਜਾਣਕਾਰੀ ਨਹੀਂ ਫਿਰ ਤੁਹਾਡੀ ਬਹਿਸ ਬਣਦੀ ਨਹੀਂ, ਠੀਕ ਹੈ ਨਾ। ਮੈਂ ਕੁਰਾਨ ਦੇ ਉੱਤੇ ਕਿਸੇ ਨਾਲ ਬਹਿਸ ਕਰਨੀ ਸ਼ੁਰੂ ਕਰ ਦਿਆਂ ਤੇ ਮੈਨੂੰ ਕੁਰਾਨ ਦਾ ਊੜਾ ਐੜਾ ਵੀ ਨਹੀਂ ਆਉਂਦਾ ਹੈਗਾ, ਤੇ ਮੈਂ ਬਹਿਸ ਕਾਹਦੀ ਕਰਨੀ ਉਹਦੇ ਨਾਲ? ਮੈਂ ਬਹਿਸ ਕਿਉਂ ਕਰਾਂਗਾ ਜਦੋਂ ਮੈਂ ਕੁਰਾਨ ਨੂੰ ਪੜ੍ਹਿਆ ਹੀ ਨਹੀਂ? ਅਗਰ ਤੁਸੀਂ ਬਾਣੀ ਨੂੰ ਪੜ੍ਹਿਆ ਹੀ ਨਹੀਂ ਤੇ ਫਿਰ ਬਾਬੇ ਨਾਨਕ ਦੇ ਉੱਤੇ ਤੁਸੀਂ ਬਹਿਸ ਕਰਨ ਡਏ ਜੇ ਮੁਸਲਮਾਨ ਹੈ ਜਾਂ ਨਹੀਂ। ਜਦੋਂ ਤੁਸੀਂ ਉਹਨਾਂ ਨੇ ਕੀ ਕਿਹਾ ਹੈ ਸਾਰੀ ਉਮਰ ਆਪਦੀ ਬਾਣੀ ਦੇ ਵਿੱਚ ਕੀ ਕਿਹਾ, ਜਦੋਂ ਤੁਹਾਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਤੇ ਬਹਿਸ ਕਾਹਦੀ ਹੈ? ਬਹਿਸ ਤਾਂ ਬਣਦੀ ਨਹੀਂ। ਫਿਰ ਤੁਸੀਂ ਹੱਥ ਜੋੜੋ ਕਿ ਸਾਡੀ ਬਹਿਸ ਨਹੀਂ ਬਣਦੀ, ਸਾਨੂੰ ਬਾਬਾ ਨਾਨਕ ਜੀ ਬਾਰੇ ਬਾਣੀ ਬਾਰੇ ਕੁਛ ਪਤਾ ਨਹੀਂ ਕਿ ਸਾਰੀ ਉਮਰ ਉਹਨਾਂ ਨੇ ਕੀ ਕਿਹਾ। ਜਦੋਂ ਫਿਰ ਬਹਿਸ ਹੀ ਨਹੀਂ ਬਣਦੀ, ਤੇ ਫਿਰ ਬਹਿਸ ਕਰਨੀ ਹੈ ਤੇ ਫਿਰ ਮੈਂ ਸਾਬਤ ਕਰ ਦਿੱਤਾ ਕਿ ਬਾਬਾ ਨਾਨਕ ਜੀ ਨੇ ਮੁਸਲਮਾਨਾਂ ਬਾਰੇ ਕੀ ਕਿਹਾ, ਹਿੰਦੂਆਂ ਬਾਰੇ ਕੀ ਕਿਹਾ। ਅਗਰ ਉਹਨਾਂ ਨੇ ਤਾਂ ਇਹ ਕਿਹਾ ਕਿ ਨਾ ਹਮ ਹਿੰਦੂ ਨਾ ਹਮ ਮੁਸਲਮਾਨ, ਠੀਕ ਹੈ ਨਾ। ਤੇ ਅੱਗੇ ਬਾਣੀ ਦੀ ਤੁਕ ਹੈ, ਉਹਨੂੰ ਮੈਂ ਗਲਤ ਨਾ ਬੋਲ ਜਾਵਾਂ, ਤੇ ਅੱਲਾ ਰਾਮ ਕੇ ਪਿੰਡ ਪ੍ਰਾਣ, ਹਾਂ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾ ਰਾਮ ਕੇ ਪਿੰਡ ਪ੍ਰਾਣ। ਇਹਦਾ ਮਤਲਬ ਪਤਾ ਕੀ ਹੈ? ਉਹ ਕਹਿ ਰਿਹਾ ਨਾ ਮੈਂ ਹਿੰਦੂ ਹਾਂ ਨਾ ਮੈਂ ਮੁਸਲਮਾਨ ਹਾਂ, ਮੈਂ ਉਹ ਹਾਂ ਜਿਹਨੂੰ, ਮੈਂ ਉਹਦਾ ਭਗਤ ਹਾਂ ਜਿਹਨੂੰ ਮੁਸਲਮਾਨ ਅੱਲਾਹ ਕਹਿੰਦੇ ਨੇ ਤੇ ਹਿੰਦੂ ਰਾਮ ਕਹਿੰਦੇ ਨੇ, ਠੀਕ ਹੈ ਨਾ। ਉਹ ਕਹਿੰਦਾ ਨਾ ਮੈਂ ਹਿੰਦੂ ਹਾਂ ਤੇ ਨਾ ਮੁਸਲਮਾਨ ਹੈ, ਠੀਕ ਹੈ। ਉਹਨਾਂ ਮਤਲਬ ਤੀਜੇ ਵੱਲ ਇਸ਼ਾਰਾ ਕਿ ਮੈਂ ਤੀਜਾ। ਫਿਰ ਉਹਨਾਂ ਨੇ ਕਿਹਾ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਪੰਥ ਵੱਖਰਾ ਚਲਾਉਣ ਦਾ ਮਤਲਬ ਪਤਾ ਕੀ ਹੁੰਦਾ? ਧਰਮ ਵੱਖਰਾ ਚਲਾਉਣਾ, ਠੀਕ ਹੈ ਨਾ। ਉਹ ਵੀ ਕਹਿ ਰਿਹਾ ਬਾਬਾ ਨਾਨਕ ਜੀ ਮੁਸਲਮਾਨ ਸਨ, ਉਹਨਾਂ ਨੇ ਕਿਹਾ ਛੋਡੇ ਅੰਨ ਕਰੇ ਪਖੰਡ ਨਾ ਸੁਹਾਗਣ ਨਾ ਉਹ ਰੰਡ। ਫਿਰ ਇਹ ਦਾਊਦ ਸਾਹਿਬ ਨੂੰ ਕਹੋ ਨਾ ਵੀ ਕਿਤੇ ਇਤਿਹਾਸ ਦੇ ਵਿੱਚੋਂ ਚੱਕ ਕੇ ਲਿਆਓ, ਜਿਹੜੇ ਤੁਸੀਂ ਚੋਲੇ ਦੀ ਕਹਿ ਰਹੇ ਵੀ ਚੋਲੇ ਦੇ ਉੱਤੇ ਇੱਦਾਂ ਲਿਖੀਆਂ ਬਾਬੇ ਨਾਨਕ ਦਾ, ਠੀਕ ਹੈ ਨਾ। ਹਰੇਕ ਚੀਜ਼ ਦਾ ਇਤਿਹਾਸ ਹੈ, ਹਰੇਕ ਚੀਜ਼ ਦਾ। ਮੁਸਲਮਾਨਾਂ ਕੋਲ ਸਿੱਖ ਗੁਰੂਆਂ ਦੀਆਂ ਬੜੀਆਂ ਚੀਜ਼ਾਂ ਪਈਆਂ ਨੇ, ਪਾਕਿਸਤਾਨ 'ਚ ਵੀ ਪਈਆਂ ਨੇ। ਉਹ ਸਾਬਤ ਕਰਦੇ ਨੇ ਕਿ ਸਾਡਾ ਪਿਓ ਆ ਸੀ, ਸਾਡਾ ਅੱਗੇ ਦਾਦਾ ਸੀ, ਪੜਦਾਦਾ ਸੀ, ਕਿਹਨੂੰ ਗੁਰੂ ਸਾਹਿਬ ਨੇ ਚੀਜ਼ ਦਿੱਤੀ, ਉੱਥੋਂ ਅੱਗੇ ਆਈ, ਉੱਥੋਂ ਅੱਗੇ ਆਈ, ਤੇ ਅੱਜ ਫਲਾਣੇ ਦੇ ਕੋਲ ਆ। ਇਹ ਜਿਹੜਾ ਚੋਲਾ ਹੈ ਕਿ ਇਹ ਜੇ ਤੁਹਾਡੇ ਕੋਲ ਹੈ ਤੇ ਇਹਦਾ ਇਤਿਹਾਸ ਤਾਂ ਦੱਸੋ ਨਾ, ਬਾਬੇ ਨਾਨਕ ਨੇ ਕਿਹਨੂੰ ਦਿੱਤਾ ਸੀ, ਗਾਂ ਉਹਦੇ ਕੋਲੋਂ ਕਿਹਨੂੰ ਆਇਆ, ਉਹਦੇ ਕੋਲ ਕਿਹਨੂੰ ਆਇਆ, ਤੇ ਅੱਜ ਕਿਹਨੇ ਕੋਲ ਪਿਆ। ਐਵੇਂ ਬਣਾ ਕੇ ਕੜਕਵੰਜ ਬਣਾ ਕੇ, ਕਿਉਂਕਿ ਸਿੱਖ ਧਰਮ ਦਾ ਜਿੰਨਾ ਹੈ ਸਾਰਾ ਇਤਿਹਾਸ ਆ, ਹਿਸਟਰੀ ਆ, ਮਿਥਿਹਾਸ ਕੋਈ ਨਹੀਂ, ਮਿਥਿਹਾਸ ਕੋਈ ਨਹੀਂ। ਸਾਡੀ ਹਿਸਟਰੀ ਸਾਡੀਆਂ ਹਦੀਸਾਂ ਨੇ, ਕਿਉਂਕਿ ਮਜ਼ਹਬ ਵੀ ਇੰਨਾ ਪੁਰਾਣਾ ਨਹੀਂ ਹੈ। 400 ਸਾਲ ਦੇ ਵਿੱਚ ਕੀ ਕੁਝ ਬਦਲ ਲਏਗਾ? ਉਹਦੇ ਵਿੱਚ ਮੁਸਲਮਾਨਾਂ ਨੇ ਵੀ ਲਿਖਿਆ। ਗੁਰੂ ਗੋਬਿੰਦ ਸਿੰਘ ਬਾਰੇ ਜੋਗੀ ਅੱਲਾ ਯਾਰ ਖਾਂ ਲਿਖਦਾ, ਮੁਸਲਮਾਨ ਇੱਕ ਹੋਇਆ ਬਹੁਤ ਵੱਡਾ ਪੀਰ ਫਕੀਰ ਲਿਖਾਰੀ। ਜੋਗੀ ਅੱਲਾ ਯਾਰ ਖਾਂ ਲਿਖਦਾ ਨਾ ਕਹੂੰ ਅਬ ਕੀ ਨਾ ਕਹੂੰ ਤਬ ਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਸੁन्नत होती सब की, ਠੀਕ ਹੈ ਨਾ। ਜੋਗੀ ਅੱਲਾ ਯਾਰ ਖਾਂ ਲਿਖ ਰਿਹਾ 300 ਸਾਲ ਪਹਿਲਾਂ ਲਿਖ ਰਿਹਾ, ਤੇ ਉਸ ਚੀਜ਼ ਜਿਹੜੀ ਉਹ ਹਿਸਟਰੀ ਨੂੰ ਉਹਨੂੰ ਅਸੀਂ ਰੱਦ ਕਰ ਦਈਏ। ਕਿਉਂਕਿ ਸਿੱਖ ਇਤਿਹਾਸ ਜਿੰਨਾ ਵੀ ਹੈ ਸਾਰੀ ਹਿਸਟਰੀ ਹੈ, ਬਕਾਇਦਾ ਤਰੀਕਾਂ ਵਾਰ ਸਨ ਹਰੇਕ ਚੀਜ਼ ਨਾਲ ਉਹਦੇ ਅਟੈਚ ਆ, ਕਿ ਇਹਦੇ ਵਿੱਚ ਕੋਈ ਆਪਦੇ ਮਨ ਘੜਤ ਚੀਜ਼ ਕੋਈ ਮਿਲਾ ਨਹੀਂ ਸਕਦਾ। 400 ਸਾਲ 'ਚ ਕੋਈ ਕੀ ਤਬਦੀਲੀ ਕਰ ਦੇਗਾ, ਉਹਦੇ 'ਚ ਕੁਛ ਨਹੀਂ ਕਰ ਸਕਦਾ, ਠੀਕ ਹੈ ਨਾ। ਹੁਣ 1400 ਸਾਲ ਪਹਿਲਾਂ ਲਿਖੀ ਗੱਲ ਨੂੰ ਤੁਸੀਂ ਕਹਿ ਰਹੇ ਜੀ ਹਾਂਜੀ ਹਾਂਜੀ ਇਹ ਬਿਲਕੁਲ ਸਹੀ ਹੈ ਜੀ, 1400 ਸਾਲ ਪਹਿਲਾਂ ਲਿਖੀ ਗੱਲ ਬਿਲਕੁਲ ਸਹੀ ਹੈ, ਤੇ 400 ਸਾਲ ਬਾਅਦ ਲਿਖੀ, 400 ਸਾਲ ਹੋਇਆ ਜਿਹੜੀ ਗੱਲ ਹੋਈ ਨੂੰ ਅਜੇ ਘਟਨਾ ਨੂੰ, ਉਹ ਤਾਂ ਸਾਰੀ ਹਿਸਟਰੀ 'ਚ ਮਿਲੂਗੀ ਆਪਾਂ ਨੂੰ, ਠੀਕ ਹੈ ਨਾ। ਆਹ ਚੀਜ਼ਾਂ ਨੇ ਹਿਸਟਰੀ ਜਿਹੜੀ ਹੈ ਉਹਨੂੰ ਪੜ੍ਹੋ, ਇਹ ਸਾਬਤ ਕਰ ਦੇਣ। ਮੈਂ ਤਾਂ ਇਹਨਾਂ ਨੂੰ ਸਾਬਤ ਕੀਤਾ ਕਿ ਬਾਬਾ ਨਾਨਕ ਜੀ ਮੱਕੇ ਕਿਉਂ ਗਏ, ਭਾਈ ਮਰਦਾਨੇ ਨੂੰ ਲੈ ਕੇ ਗਏ ਸਨ। ਮਰਦਾਨਾ ਦੇ ਸਾਥੀ ਮਰਦਾਨੇ ਨੇ ਕਿਹਾ ਜੀ ਮੁਸਲਮਾਨ ਜਿੰਨਾ ਚਿਰ ਹੱਜ ਨਾ ਕਰੇ ਉਹਨਾਂ ਚਿਰ ਮੁਸਲਮਾਨ ਨਹੀਂ ਹੈ। ਬਾਬਾ ਨਾਨਕ ਜੀ ਨੇ ਕਿਹਾ ਚਲੋ ਤੁਹਾਨੂੰ ਲੈ ਕੇ ਚੱਲਦੇ। ਬਾਬਾ ਨਾਨਕ ਜੀ ਖੁਦ ਹੱਜ ਕਰਨ ਥੋੜ੍ਹੀ ਗਿਆ, ਉਹ ਮਰਦਾਨੇ ਨੂੰ ਲੈ ਕੇ ਗਏ ਸਨ। ਮਰਦਾਨਾ ਅੰਦਰ ਹੱਜ ਕਰਨ ਚਲਾ ਗਿਆ, ਬਾਬਾ ਨਾਨਕ ਜੀ ਬਾਹਰ ਸੌਂ ਗਏ ਮੱਕੇ ਵਾਲੇ ਪੈਰ ਕਰਕੇ, ਠੀਕ ਹੈ ਕਿ ਨਹੀਂ। ਤੇ ਉਹ ਕਾਜੀ ਆਇਆ, ਕਾਜੀ ਨੇ ਕਿਹਾ ਵੀ ਤੂੰ ਕਾਫਰ ਹੈ, ਤੂੰ ਮੱਕੇ ਵਾਲੇ ਪੈਰ ਕਿਉਂ ਕੀਤੀ? ਉਹਨੇ ਕਿਹਾ ਕਾਜੀ ਸਾਹਿਬ ਜਿੱਧਰ ਮੱਕਾ ਨਹੀਂ ਹੈ ਉੱਧਰ ਪੈਰ ਕਰ ਦਿਓ। ਕਾਜੀ ਨੇ ਚੁੱਕ ਕੇ ਪੈਰ ਘੁਮਾਏ, ਮੱਕਾ ਜਿੱਧਰ ਉਹ ਘੁਮਾ ਰਿਹਾ ਸੀ ਮੱਕਾ ਉੱਧਰ ਆ ਜਾਂਦਾ ਸੀ। ਇਹ ਮੁਸਲਮਾਨ ਜਿਹੜੇ ਨੇ ਉਹ ਵੀ ਮੰਨ ਰਹੇ ਨੇ ਵੱਡੇ ਵੱਡੇ,
ਉਹਨਾਂ ਕਿਹਾ ਜੀ ਉੱਥੇ ਜਿਹੜਾ ਪਖੰਡ ਸੀ ਜਾਂ ਕੋਈ ਕਾਜ਼ੀਆਂ ਦੇ ਮਨ ਦੇ ਵਿੱਚ ਵਹਿਮ ਸੀ, ਉਹਨੂੰ ਦੂਰ ਕਰਨ ਵਾਸਤੇ ਇਹ ਕਰਨਾ ਪਿਆ। ਹੋਰ ਮੱਕਾ ਘਮਾਉਣ ਦਾ ਮਤਲਬ ਇਸਲਾਮ ਨੂੰ ਨੀਵਾਂ ਵਿਖਾਉਣਾ ਨਹੀਂ ਸੀ। ਉਹਨਾਂ ਦਾ ਮਕਸਦ ਸੀ ਜਿਹੜਾ ਇਹ ਸੀ ਕਿ ਜਿਹੜਾ ਕਾਜ਼ੀਆਂ ਦੇ ਮਨ ਦੇ ਵਿੱਚ ਵਹਿਮ ਹੈ ਕਿ ਇੱਥੇ ਹੀ ਖੁਦਾ ਹੋਰ ਕਿਸੇ ਬੰਨੇ ਨਹੀਂ ਹੈ, ਉਸ ਵਹਿਮ ਨੂੰ ਦੂਰ ਕਰਨਾ ਸੀ। ਖੁਦਾ ਚਾਰਾਂ ਦਿਸ਼ਾਵਾਂ 'ਚ ਹੀ ਹੈ, ਚਾਰੇ ਪਾਸੇ ਹੈ। ਬਾਕੀ ਗਰੁੱਪ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਗਰੁੱਪ ਦੇ ਵਿੱਚ ਚਾਹੀਦੇ ਨਹੀਂ ਜਾਂ ਨਾ, ਮੈਨੂੰ ਕੋਈ ਗਰੁੱਪ 'ਚ ਆਉਣ ਦਾ ਸ਼ੌਂਕ ਵੀ ਨਹੀਂ ਵੀ ਤੁਹਾਡੇ ਗਰੁੱਪ ਦੇ ਵਿੱਚ, ਠੀਕ ਹੈ ਨਾ, ਮੈਂ ਰਵਾਂ ਜਾਂ ਕੋਈ, ਕਿਉਂਕਿ ਇੱਥੇ ਬਕਵਾਸ ਹੀ ਸੁਣਨੀ। ਉਹ ਇੱਕ ਬੀਬੀ ਆ ਜਾਂਦੀ ਪਾਸਟਰ, ਉਹ ਆਪਦੀ ਜਿੰਦਾ ਕਿਹਨੂੰ ਉਠਾਇਆ ਗਿਆ ਤੇ ਕਿਹਨੂੰ ਮੁਰਦੇ। ਤੁਸੀਂ ਤਾਂ ਮੁਰਦੇ ਕਬਰਾਂ 'ਚੋਂ ਕੱਢ ਜਿੰਦੇ ਕਰਨ ਡਏ ਜੇ। ਅੱਜ ਦੇ ਵਰਤਮਾਨ ਗੱਲ ਕਰੋ ਜਿਹੜੀ ਕਰਨ ਵਾਲੀ ਆ, ਠੀਕ ਹੈ ਨਾ। ਕਿੰਨੇ ਮੁਰਦੇ ਸਾਡੇ ਤੇ ਗੱਲਾਂ ਹੀ ਸਾਰੀਆਂ ਧਰਮ ਦੇ ਬਰਖਲਾਫ ਜਾਂਦੀਆਂ ਨੇ। ਕਬਰਾਂ 'ਚੋਂ ਕੱਢ ਕੇ ਮੁਰਦੇ ਜਿੰਦਾ ਕਰਨੇ, ਜੀ ਇਹ ਕਰਨਾ ਉਹ ਕਰਨਾ। ਸਾਡੇ ਮਜ਼ਹਬ ਦੇ ਵਿੱਚ ਕਿਤੇ ਇਸ ਪਖੰਡ ਵਾਸਤੇ ਜਗ੍ਹਾ ਹੀ ਹੈ ਨਹੀਂ। ਤੇ ਮੈਂ ਤੁਹਾਡੇ ਨਾਲ ਬਹਿਸ ਕਿਸ ਵਿਸ਼ੇ ਤੇ ਕਰਾਂ, ਠੀਕ ਹੈ ਨਾ। ਤੁਸੀਂ ਜਦੋਂ ਇਹ ਮੁਰਦੇ ਜਿਉਂਦੇ ਕਰਨ ਵਾਲੀ ਤੇ ਜੇ ਉਹ ਗੱਲਾਂ ਕਰਦੇ ਜੇ, ਮੈਨੂੰ ਤਾਂ ਵੈਸੇ ਹਾਸਾ ਆਈ ਜਾਂਦਾ, ਵੱਖੀਆਂ ਟੁੱਟੀ ਜਾਂਦੀਆਂ ਹੱਸ ਕੇ ਵੀ ਇਹ ਬੰਦੇ ਨੇ, ਇਨਸਾਨ ਹੈ ਨੇ ਜਿਹੜੀ ਇਹ ਗੱਲਾਂ ਕਰਨ ਡਏ ਨੇ। ਅੱਛਾ, ਤੁਹਾਡਾ ਮਤਲਬ ਕਹਿਣ ਦਾ, ਚਲੋ ਮੈਂ ਜ਼ਿਆਦਾ ਬੰਦਿਆਂ ਨੂੰ ਨਹੀਂ ਜਾਣਦਾ ਇੱਥੇ ਕਾਦੀਆਂ ਦੇ ਵਿੱਚ। ਮੁਹੰਮਦ ਰਫੀਕ ਮੁੰਡਾ ਇੰਡੀਆ ਦਾ ਹੀ ਆ, ਉਹ ਕਹਿ ਰਿਹਾ ਸੀ ਮੈਂ ਕਾਦੀਆਂ ਤੋਂ, ਠੀਕ ਹੈ ਨਾ। ਉਹਨੂੰ ਕਹੋ ਕਿ ਕੱਲ੍ਹ ਨੂੰ, ਕਿਉਂਕਿ ਜਿਹੜਾ ਨਬੀ ਨੇ ਗੱਲਾਂ ਕਹੀਆਂ ਹੁੰਦੀਆਂ ਨੇ, ਰੱਬ ਦੇ ਪਿਆਰੇ ਹੁੰਦੇ ਨੇ, ਨਬੀ ਰੱਬ ਦਾ ਪਿਆਰਾ ਹੁੰਦਾ, ਕੋਈ ਆਮ ਇਨਸਾਨ ਨਹੀਂ ਹੁੰਦਾ। ਜਿਹੜੀ ਗੱਲ ਉਹ ਕਹਿੰਦਾ ਹੈ ਉਹਦੇ ਉੱਤੇ ਕੋਈ ਇਤਰਾਜ਼ ਨਹੀਂ ਹੁੰਦਾ ਕਿਸੇ ਨੂੰ, ਠੀਕ ਹੈ ਨਾ। ਅਗਰ ਇਤਰਾਜ਼ਯੋਗ ਗੱਲ ਕੋਈ ਨਹੀਂ ਤੇ ਮੁਹੰਮਦ ਰਫੀਕ ਨੂੰ ਕਵੇ ਕਿ ਕੱਲ੍ਹ ਨੂੰ ਕਾਦੀਆਂ ਦੇ ਵਿੱਚ ਐਲਾਨ ਕਰੋ, ਠੀਕ ਹੈ, ਕਿ ਵੇਖੋ ਜੀ ਜਲਸਾ ਕਰੋ ਇੱਕ ਉੱਥੇ। ਖੈਰ ਪਾਕਿਸਤਾਨ 'ਚ ਤੇ ਹੋਰ 7-8 ਮੁਲਕਾਂ 'ਚ ਤੇ ਤੁਹਾਨੂੰ ਛਿੱਤਰ ਪੈਂਦੇ ਨੇ, ਤੁਸੀਂ ਜਲਸਾ ਵੀ ਨਹੀਂ ਕਰ ਸਕਦੇ, ਠੀਕ ਹੈ ਨਾ। ਅੱਧੀ ਕੁ ਦੁਨੀਆ 'ਚ ਤਾਂ ਤੁਹਾਨੂੰ ਬੈਨ ਕੀਤਾ ਹੋਇਆ, ਤੇ ਇੰਡੀਆ ਦੇ ਵਿੱਚ ਤੁਸੀਂ ਬੈਨ ਨਹੀਂ ਜੇ, ਇੰਡੀਆ 'ਚ ਤੁਹਾਨੂੰ ਬੈਨ ਕੋਈ ਨਹੀਂ। ਪਰ ਤੁਸੀਂ ਜਿਹੜੀ ਮਿਰਜ਼ੇ ਨੇ ਗੱਲ ਕਹੀ ਹੈ ਨਾ ਕਿ ਮੈਂ ਹੀ ਕ੍ਰਿਸ਼ਨ ਹਾਂ, ਮੈਂ ਹੀ ਰਾਮ ਹਾਂ, ਤੇ ਬਾਬਾ ਨਾਨਕ ਵੀ ਹੈ, ਤੇ ਗੁਰੂ ਗੋਬਿੰਦ ਵੀ ਹੈ, ਤੇ ਬਾਬਾ ਨਾਨਕ ਮੁਸਲਮਾਨ ਸੀ, ਠੀਕ ਹੈ ਨਾ। ਇਹ ਗੱਲ ਤੁਸੀਂ ਥੋੜ੍ਹਾ ਬਾਹਰ ਨਿਕਲ ਕੇ ਉਹਨੂੰ ਕਹਿ ਵੀ ਜਲਸਾ ਕਰੋ ਇੱਕ, ਮੇਰੇ ਨਾਲ ਸੰਪਰਕ ਕਰ ਲਵੇ, ਉਹ ਪੈਸੇ ਜਲਸੇ ਤੇ ਜੋ ਖਰਚਾ ਆਊਗਾ ਮੈਂ ਕਰ ਦਿਆਂਗਾ। ਸਿਰਫ ਤੁਸੀਂ ਇਹ ਐਲਾਨ ਕਰਨਾ ਹੈ ਕਿ ਸਾਡੇ ਮਿਰਜ਼ੇ ਨੇ ਆਹ ਕੁਛ ਲਿਖਿਆ ਤੇ ਆਹ ਕਿਹਾ ਕਿ ਮੈਂ ਹੀ ਰਾਮ ਹਾਂ, ਮੈਂ ਹੀ ਕ੍ਰਿਸ਼ਨ ਹਾਂ। ਇਹ ਜਿਹੜਾ ਐਲਾਨ ਹੈ ਤੁਸੀਂ ਬਾਜ਼ਾਰ 'ਚ ਕਰ ਦਿਓ, ਉਹਦਾ ਰਿਐਕਸ਼ਨ ਵੇਖੋ ਫਿਰ ਵੀ ਜੁੱਤੀ ਕਿਵੇਂ ਚੱਲਦੀ ਆ ਤੇ ਕਿਵੇਂ ਸਿਰ ਗੰਜੇ ਹੁੰਦੇ ਤੁਹਾਡੇ, ਠੀਕ ਹੈ ਕਿ ਨਹੀਂ। ਨਬੀ ਦੀ ਗੱਲ ਨੂੰ, ਜਿਹੜੀ ਨਬੀ ਹੁੰਦਾ ਨਾ ਰੱਬ ਦੇ ਪਿਆਰੇ, ਉਹ ਗੱਲਾਂ ਜਿਹੜੀਆਂ ਕਰਦੇ ਸਾਰੀਆਂ ਚੰਗੀਆਂ ਕਰਦੇ, ਚਵਲ ਨਹੀਂ ਕੋਈ ਮਾਰਦਾ। ਤੇ ਤੁਹਾਡਾ ਮਿਰਜ਼ਾ ਨਬੀ ਆ ਤੁਹਾਡੇ ਵਾਸਤੇ, ਤੇ ਉਹਦੀ ਗੱਲ ਹੈ ਜਿਹੜੀ ਉਹ ਤੁਸੀਂ ਸ਼ਰੇਆਮ ਕਰੋ, ਬਾਹਰ ਕਰੋ, ਫਿਰ ਤੁਹਾਨੂੰ ਪਤਾ ਲੱਗ ਜਾਏਗਾ ਵੀ ਜੁੱਤੀ ਕਿਵੇਂ ਚੱਲਦੀ ਹੈ। ਬਸ ਸਿੱਧਾ ਜਿਹਾ ਹਿਸਾਬ ਕਿਤਾਬ। ਦੂਜੀ ਗੱਲ ਇਹ ਰਹਿ ਗਈ ਹੈ ਕਿ ਤੁਸੀਂ ਕੁਰਾਨ ਬਾਰੇ ਕਿਉਂ ਦੱਸ ਰਹੇ ਜੀ। ਕੁਰਾਨ 'ਚ ਅਸੀਂ ਦੱਸਾਂਗੇ ਆਹ ਚੀਜ਼ ਜੇ ਤੇ ਇਸ ਤਰ੍ਹਾਂ ਨਹੀਂ ਕੀਤੀ, ਆਹ ਹੈ ਤੇ ਉਹ ਸ਼ਰਮਿੰਦਾ ਹੋਏਗਾ। ਤੁਸੀਂ ਇਹ ਦੱਸੋ ਤੁਹਾਡੇ ਮਿਰਜ਼ੇ ਨੇ ਕੀ ਲਿਖਿਆ। ਤੁਸੀਂ ਲੋਕਾਂ ਨੂੰ ਇਹ ਦੱਸੋ ਕਿ ਜਿਹੜੀ ਕਿਤਾਬ ਲਿਖੀ ਉਹਨੇ, ਪਾਕਟ ਬੁੱਕ ਆ ਜਿਹੜੀ ਤੁਹਾਡੇ ਮਿਰਜ਼ੇ ਦੀ ਲਿਖੀ ਹੋਈ, ਤੁਸੀਂ ਇਹ ਦੱਸੋ ਕਿ ਇਹ ਉਹਨੇ, ਤੁਸੀਂ ਤਾਂ ਕਹਿ ਰਹੇ ਨੇ ਵੀ ਕੁਰਾਨ ਦੇ ਵਿੱਚੋਂ ਦੱਸਾਂਗੇ ਆਹ ਲਿਖਿਆ ਹੋਇਆ ਤੇ ਉਹ ਸ਼ਰਮਿੰਦਾ ਹੋਏਗਾ। ਉਹ ਤੁਸੀਂ ਆਪਦੇ ਨਬੀ ਦੀ ਗੱਲ ਲੋਕਾਂ ਨੂੰ ਦੱਸੋਗੇ ਤੇ ਤੁਸੀਂ ਸ਼ਰਮਿੰਦੇ ਕਿ ਤੁਸੀਂ ਨੱਕ ਡੋਬ ਕੇ ਆਪੇ ਹੀ ਮਰ ਜਾਣਾ। ਜਦੋਂ ਤੁਸੀਂ ਆਪਦੇ ਨਬੀ ਦੀ ਗੱਲ ਲਿਖੀ ਹੋਈ ਕਿਸੇ ਨੂੰ ਦੱਸੋਗੇ ਨਾ ਤੇ ਤੁਸੀਂ ਨੱਕ ਡੋਬ ਕੇ ਮਰ ਜਾਣਾ, ਤੁਹਾਨੂੰ ਥਾਂ ਨਹੀਂ ਲੱਭਣੀ ਨੱਕ ਡੋਬਣ ਨੂੰ, ਠੀਕ ਹੈ ਨਾ। ਕੁਰਾਨ ਦੀ ਤਾਂ ਤੁਸੀਂ ਗੱਲ ਛੱਡੋ, ਤੁਸੀਂ ਦੱਸੋ ਵੀ ਜਿਹੜਾ ਤੁਸੀਂ ਨਬੀ ਬਣਾਇਆ ਹੋਇਆ ਆਪਦਾ ਉਹ ਮਿਰਜ਼ਾ, ਠੀਕ ਹੈ ਕਿ ਨਹੀਂ, ਉਹਨੇ ਕੀ ਲਿਖਿਆ, ਉਹਨੇ ਜੋ ਲਿਖਿਆ ਹੋਇਆ ਨਾ ਤੁਸੀਂ ਉਹਦੀਆਂ ਗੱਲਾਂ ਦੱਸੋ ਲੋਕਾਂ ਨੂੰ, ਠੀਕ ਹੈ ਨਾ। ਉਹਦਾ ਵਿਆਹ ਕਿੱਥੇ ਹੋਇਆ, ਕਿਹਦੇ ਨਾਲ ਹੋਇਆ, ਕਿਵੇਂ ਦਾ ਉਹਦਾ ਜੀਵਨ ਸੀ, ਕੀ ਗੱਲ ਸੀ, ਕੀ ਬਾਤ ਸੀ, ਖੁੱਲ੍ਹ ਕੇ ਦੱਸਦੇ ਆ ਨਾ। ਬਾਬਾ ਨਾਨਕ ਜੀ ਇਸ ਥਾਂ ਤੇ ਗਏ, ਕੌਡੇ ਰਾਖਸ਼ ਨੂੰ ਇਸ ਤਰ੍ਹਾਂ ਸੁਧਾਰਿਆ, ਵਲੀ ਕੰਧਾਰੀ ਨੂੰ ਇਸ ਤਰ੍ਹਾਂ ਸੁਧਾਰਿਆ, ਠੀਕ ਹੈ। ਹਸਨ ਅਬਦਾਲ 'ਚ ਜਾ ਕੇ ਪੰਜਾ ਸਾਹਿਬ 'ਚ ਆਹ ਕੀਤਾ, ਨਨਕਾਣਾ ਸਾਹਿਬ ਆਹ ਕੀਤਾ, ਉਹਨਾਂ ਨੇ ਉੱਥੇ ਖੇਤੀ ਕੀਤੀ, ਠੀਕ ਹੈ ਕਿ ਨਹੀਂ। ਇੰਨੀ ਜ਼ਮੀਨ ਸੀ, ਇੰਨੀ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਲਵਾਈ, ਅਸੀਂ ਸਾਰਾ ਕੁਝ ਦੱਸਦੇ ਹਾਂ ਖੋਲ੍ਹ ਕੇ। ਤੁਸੀਂ ਆਪਦੇ ਨਬੀ ਦੀ ਇੱਕ ਗੱਲ ਤਾਂ ਦੱਸੋ, ਲੋਕਾਂ ਨੂੰ ਦੱਸੋ ਨਾ ਕਿਵੇਂ ਦਾ ਜੀਵਨ ਜੀਂਦਾ ਰਿਹਾ, ਕਿੱਥੇ ਕਿੱਥੇ ਗਿਆ, ਕਿਹਨੂੰ ਸੁਧਾਰਿਆ ਹੈ, ਕਿੰਨੇ ਵਿਆਹ ਕਰਾਏ, ਕਿਹਦੇ ਨਾਲ ਕਰਾਏ, ਉਹ ਸਾਰੀਆਂ ਚੀਜ਼ਾਂ ਤੁਸੀਂ ਦੱਸੋ ਆਪਦੇ ਨਬੀ ਬਾਰੇ। ਤੁਸੀਂ ਲੋਕਾਂ ਦੀਆਂ ਦੱਸਦੇ ਬਾਈਬਲ ਆਹ ਕਹਿ ਰਹੀ ਆ, ਕੁਰਾਨ ਆਹ ਕਹਿ ਰਹੀ ਆ, ਤੁਸੀਂ ਆਪਦੇ ਨਬੀ ਜਿਹੜਾ ਬਣਾਇਆ ਹੋਇਆ ਉਹਦੀ ਗੱਲ ਨੂੰ ਦੱਸੋ, ਉਹਦੀ ਗੱਲ ਨੂੰ ਦੱਸੋ। ਤੁਸੀਂ ਆਪ ਹੀ ਡੁੱਬ ਕੇ ਮਰ ਜਾਣਾ ਕਿਸੇ ਥਾਂ 'ਚ, ਪਾਣੀ 'ਚ ਤੁਹਾਨੂੰ ਚੱਪਣੀ ਨਹੀਂ ਲੱਭਣੀ ਹੈਗੀ ਨੱਕ ਡੋਬਣ ਨੂੰ। ਤੁਸੀਂ ਆਪਦੇ ਨਬੀ ਬਾਰੇ ਦੱਸੋਗੇ ਤਾਂ ਅਸੀਂ ਠੋਕ ਕੇ ਕਹਿੰਦੇ ਨਾ ਅਸੀਂ ਸਿੱਖ ਹਾਂ, ਤੁਸੀਂ ਠੋਕ ਕੇ ਆਖੋ ਵੀ ਅਸੀਂ ਮਿਰਜ਼ੇ ਦੇ ਚੇਲੇ ਹਾਂ ਤੇ ਮਿਰਜ਼ੇ ਨੇ ਆਹ ਲਿਖਿਆ, ਠੀਕ ਹੈ ਨਾ। ਠੋਕ ਕੇ ਗੱਲ ਕਰੋ। ਲੁਕਦਾ ਕੌਣ ਹੁੰਦਾ, ਆਪਦੀ ਸ਼ਰਾਰਤ ਨੂੰ ਕੌਣ ਲੁਕਾਉਂਦਾ, ਆਪਦੇ ਕੰਮਾਂ ਨੂੰ ਕੌਣ ਲੁਕਾਉਂਦਾ। ਇੱਕ ਭਲਾ ਮਾਨਸ ਬੰਦਾ ਤਾਂ ਆਪਦੇ ਕੰਮਾਂ ਨੂੰ ਲੁਕਾਉਂਦਾ ਹੀ ਨਹੀਂ,
ਕੌਣ ਲੁਕਾਉਂਦਾ ਹੈ? ਜਾਂ ਚੋਰ ਜਾਂ ਠੱਗ ਜਾਂ ਕਾਤਲ। ਉਹ ਕਹੇਗਾ, ਚੋਰ ਕਦੀ ਨਹੀਂ ਕਹੇਗਾ ਮੈਂ ਚੋਰੀ ਕੀਤੀ ਬਾਹਰ ਨਹੀਂ ਦੱਸੂਗਾ। ਠੱਗ ਕਦੀ ਨਹੀਂ ਕਹਿੰਦਾ ਮੈਂ ਠੱਗੀ ਕੀਤੀ ਬਾਹਰ ਨਹੀਂ ਦੱਸੂਗਾ। ਕਾਤਲ ਕਦੀ ਨਹੀਂ ਕਹਿੰਦਾ ਮੈਂ ਕਤਲ ਕੀਤਾ ਬਾਹਰ ਨਹੀਂ ਦੱਸੂਗਾ। ਕਦੀ ਭਾਲੇ ਮਾਨਸ ਬੰਦੇ ਨੇ ਆਪਦੀਆਂ ਚੀਜ਼ਾਂ ਕਦੀ ਗੱਲਾਂ ਲੁਕਾਈਆਂ ਨੇ? ਭਲਾ ਮਾਨਸ ਜੋ ਕਰ ਰਿਹਾ ਉਹ ਦੁਨੀਆ ਦੇ ਸਾਹਮਣੇ ਹੁੰਦਾ। ਉਹਦੀ ਖੁੱਲੀ ਕਿਤਾਬ ਹੁੰਦੀ, ਉਹਦੀ ਇੱਕ ਜ਼ਿੰਦਗੀ ਜਿਹੜੀ ਹੁੰਦੀ ਨਾ ਖੁੱਲੀ ਕਿਤਾਬ ਹੁੰਦੀ, ਜਿਹੜਾ ਮਰਜ਼ੀ ਉਹਨੂੰ ਪੜ੍ਹ ਸਕਦਾ। ਤੁਸੀਂ ਦੱਸੋ ਆਪਦੇ ਮਿਰਜ਼ੇ ਬਾਰੇ ਲੋਕਾਂ ਨੂੰ ਕੀ ਦੱਸਦੇ ਜੀ? ਮਿਰਜ਼ੇ ਬਾਰੇ ਦੱਸੋ, ਕੁਰਾਨ ਦੀ ਗੱਲ ਨਾ ਕਰੋ, ਮਿਰਜ਼ੇ ਬਾਰੇ ਦੱਸੋ। ਠੀਕ ਹੈ ਕਿ ਨਹੀਂ? ਵੀ ਮਿਰਜ਼ੇ ਨੇ ਆਹ ਕੀਤਾ, ਮਿਰਜ਼ੇ ਨੇ ਆਹ ਕੀਤਾ, ਮਿਰਜ਼ੇ ਨੇ ਆਹ ਕੀਤਾ। ਠੀਕ ਹੈ, ਮਿਰਜ਼ੇ ਨੇ ਆਹ ਲਿਖਿਆ, ਸਿੱਖ ਧਰਮ ਬਾਰੇ ਆਹ ਲਿਖਿਆ, ਤੇ ਹਿੰਦੂਆਂ ਬਾਰੇ ਆਹ ਲਿਖਿਆ, ਈਸਾਈਆਂ ਬਾਰੇ ਆਹ ਲਿਖਿਆ। ਮਿਰਜ਼ੇ ਬਾਰੇ ਦੱਸੋ। ਠੀਕ ਹੈ, ਅਸੀਂ ਬਾਬੇ ਨਾਨਕ ਬਾਰੇ ਲੋਕਾਂ ਨੂੰ ਦੱਸਦੇ ਹਾਂ ਕਿ ਨਹੀਂ? ਸਾਰੀ ਦੁਨੀਆ ਨੂੰ ਦੱਸਦੇ ਤੇ ਖੁੱਲ੍ਹ ਕੇ ਦੱਸਦੇ ਹਾਂ। ਤੁਸੀਂ ਮਿਰਜ਼ੇ ਬਾਰੇ ਖੁੱਲ੍ਹ ਕੇ ਦੱਸੋ ਤੇ ਖੁੱਲ੍ਹ ਕੇ ਜੁੱਤੀਆਂ ਖਾਓ। ਤੁਸੀਂ ਦੱਸਦੇ ਕਿਉਂ ਨਹੀਂ? ਕਿਉਂਕਿ ਚੋਰ ਸੀ, ਉਹ ਠੱਗ ਸੀ। ਜੇ ਚੋਰ ਠੱਗ ਹੈ ਜਿਹੜਾ ਬੰਦਾ, ਉਹ ਹੀ ਆਪਦੀ ਗੱਲ ਨੂੰ ਲੁਕਾਉਂਦਾ, ਦੂਜਾ ਤਾਂ ਲੁਕਾਉਂਦਾ ਹੀ ਨਹੀਂ। ਅਗਰ ਮਿਰਜ਼ਾ ਤੁਹਾਡਾ ਨਬੀ ਹੈ ਤੇ ਮਿਰਜ਼ੇ ਬਾਰੇ ਗੱਲ ਜਿਹੜੀ ਕਰਨੀ ਹੈ ਖੁੱਲ੍ਹ ਕੇ ਕਰੋ ਨਾ, ਦੁਨੀਆ ਦੇ ਸਾਹਮਣੇ ਮਾਣ ਨਾਲ ਦੱਸੋ, ਹਿੱਕ ਚੌੜੀ ਕਰਕੇ ਦੱਸੋ ਮਿਰਜ਼ਾ ਆਹ ਚੀਜ਼ ਸੀ ਤੇ ਮਿਰਜ਼ੇ ਨੇ ਆਹ ਕਿਹਾ।